ਇੱਕ ਬਾਣੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਆਪਣੇ ਅਜ਼ੀਜ਼ ਹਰਸਿਮਰਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਵਿਸ਼ੇਸ਼ ਚਰਚਾ ਪ੍ਰੋਗਰਾਮ ਅਧੀਨ ਜਿੱਥੇ ਸਾਡੀ ਇੱਕ ਕੜੀ ਚੱਲ ਰਹੀ ਹੈ ਗੁਰੂ ਨਾਨਕ ਦੇ ਸਿਧਾਂਤਾਂ ਉੱਤੇ ਗੱਲ ਕਰਨੀ, ਉੱਥੇ ਅੱਜ ਇਸ ਕੜੀ ਦੇ ਤਹਿਤ ਜਿਸ ਸਿਧਾਂਤ ਤੇ ਅਸੀਂ ਗੱਲ ਕਰਾਂਗੇ ਉਹ ਸਿਧਾਂਤ ਹੈ ਵੰਡ ਛਕਣਾ, ਵੰਡ ਕੇ ਛਕਣਾ। ਸੋ ਇਸ ਵਿਸ਼ੇ ਤੇ ਗੱਲ ਕਰਨ ਲਈ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਰਮਨਦੀਪ ਕੌਰ ਜੀ। ਰਮਨਦੀਪ ਜੀ, ਵੰਡ ਛਕਣ ਤੋਂ ਜੇ ਆਮ ਤੌਰ ਤੇ ਦੇਖਿਆ ਜਾਏ ਤਾਂ ਤੁਸੀਂ ਕਿਵੇਂ ਵੰਡ ਛਕਣ ਦੇ ਸਿਧਾਂਤ ਨੂੰ ਦੇਖਦੇ ਹੋ? ਵੰਡ ਛਕਣ ਦਾ ਸਿਧਾਂਤ ਸਾਡੇ ਗੁਰੂ ਨਾਨਕ ਦੇਵ ਜੀ, ਸਾਡੇ ਪਹਿਲੀ ਪਾਤਸ਼ਾਹ, ਉਹਨਾਂ ਨੇ ਜਿਹੜੇ ਸਾਨੂੰ 3 ਸਿਧਾਂਤ ਦਿੱਤੇ ਨੇ, ਕਿਰਤ ਕਰੋ, ਨਾਮ ਜਪੋ, ਔਰ ਉਹਨਾਂ ਵਿੱਚੋਂ ਹੀ ਇੱਕ ਪ੍ਰਮੁੱਖ ਸਿਧਾਂਤ ਹੈ ਤੀਸਰਾ ਜੋ ਹੈ ਵੰਡ ਛਕੋ। ਤਾਂ ਇਹ ਵੰਡ ਛਕੋ ਦੇ ਅੰਦਰ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਸਾਡਾ ਸਿੱਖ ਧਰਮ ਦੇ ਅੰਦਰ ਕਿ ਵੰਡ ਛਕੋ ਨੂੰ ਅਸੀਂ ਭਾਵ ਜਿੱਦਾਂ ਕਿ ਸਾਡੇ ਲੰਗਰ ਲਗਾਏ ਜਾਂਦੇ ਹਨ, ਉਹਨਾਂ ਵਿੱਚ ਹਰ ਇੱਕ ਧਰਮ ਦਾ ਇਨਸਾਨ ਆ ਕੇ ਪ੍ਰਸ਼ਾਦਾ ਪਾਣੀ ਛਕਦਾ, ਤਾਂ ਉਹ ਵੀ ਇੱਕ ਉਦਾਹਰਣ ਹੈ ਵੰਡ ਛਕਣ ਦੀ। ਤਾਂ ਇਹ ਸਾਡਾ ਧਰਮ ਸਾਨੂੰ ਸਿਖਾਉਂਦਾ ਹੈ, ਹਰ ਇੱਕ ਧਰਮ ਇਹੋ ਗੱਲ ਸਿਖਾਉਂਦਾ। ਕੋਈ ਵੀ ਧਰਮ ਤੁਹਾਨੂੰ ਕੋਈ ਗਲਤ ਗੱਲ ਨਹੀਂ ਸਿਖਾਏਗਾ, ਕਿਸੇ ਵੀ ਧਰਮ ਦੇ ਅੰਦਰ ਕੋਈ ਨੈਗੇਟਿਵ ਚੀਜ਼ ਹੈ ਹੀ ਨਹੀਂ ਹੈ। ਤਾਂ ਇਹ ਸਾਡਾ ਧਰਮ, ਹਰ ਇੱਕ ਧਰਮ ਸਾਨੂੰ ਇਹ ਸਿਖਾਉਂਦਾ ਕਿ ਹਰ ਇੱਕ ਜ਼ਰੂਰਤਮੰਦ ਦੀ ਸਹਾਇਤਾ ਕਰੋ, ਔਰ ਅਗਰ ਤੁਹਾਡੇ ਕੋਲ ਕੋਈ ਚੀਜ਼ ਹੈ, ਅਗਰ ਤੁਹਾਡੇ ਕੋਲ ਉਹ ਕਿਸੇ ਹੋਰ ਨੂੰ ਦੇਣ ਦੇ ਨਾਲ ਉਸ ਦਾ ਭਲਾ ਹੁੰਦਾ ਹੈ ਤਾਂ ਉਸ ਨੂੰ ਜ਼ਰੂਰ ਦਿਓ। ਤਾਂ ਹਰਸਿਮਰਨ ਜੀ, ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਾਂਗੀ ਕਿ ਜੋ ਮੇਰੇ ਇੱਕ ਵੀਰ ਦੀ ਮੈਂ ਹੱਡ ਬੀਤੀ ਸੁਣੀ ਹੈ। ਉਹਨਾਂ ਨੇ ਕਿਹਾ ਕਿ ਵਿਦੇਸ਼ ਦੇ ਅੰਦਰ ਉਹਨਾਂ ਨੇ ਇੱਕ ਸੰਤਰਿਆਂ ਦਾ ਬਾਗ ਜਿਹੜਾ ਖਰੀਦਿਆ, ਤਾਂ ਉੱਥੇ ਉਹਨਾਂ ਨੇ ਇਹ ਗੱਲ ਮੈਂ ਤੁਹਾਡੇ ਨਾਲ ਇਸ ਲਈ ਸਾਂਝੀ ਕਰ ਰਹੀ ਹਾਂ ਕਿਉਂਕਿ ਸਾਡੀ ਗੁਰਬਾਣੀ ਨੇ ਤਾਂ ਵੰਡ ਛਕਣ ਦੀਆਂ ਸਾਨੂੰ ਬੇਇੰਤਹਾ ਉਦਾਹਰਨਾਂ ਦਿੱਤੀਆਂ ਨੇ, ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ। ਲੇਕਿਨ ਅਗਰ ਅਸੀਂ ਸੌਖੇ ਸ਼ਬਦਾਂ ਵਿੱਚ ਕਿਸੇ ਨੂੰ ਸਮਝਾਉਣਾ ਹੋਵੇ ਵੰਡ ਛਕਣ ਦਾ ਜਿਹੜਾ ਸਾਡਾ ਹੈ ਕਨਸੈਪਟ, ਤਾਂ ਉਹ ਅਸੀਂ ਇਸ ਤਰ੍ਹਾਂ ਵੀ ਸਮਝਾ ਸਕਦੇ ਹਾਂ। ਤਾਂ ਮੇਰੇ ਵੀਰ ਨੇ ਆਪਣੀ ਇੱਕ ਗੱਲ ਸਾਂਝੀ ਕੀਤੀ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵਿਦੇਸ਼ ਦੇ ਅੰਦਰ ਇੱਕ ਸੰਤਰਿਆਂ ਦਾ ਬਾਗ ਖਰੀਦਿਆ, ਤਾਂ ਜਿੱਥੇ ਉਹਨਾਂ ਦਾ ਸੰਤਰਿਆਂ ਦਾ ਬਾਗ ਸੀ ਉੱਥੇ ਨਾਲ ਹੀ ਸਾਹਮਣੇ ਗੋਰਿਆਂ ਦਾ ਘਰ ਸੀ। ਤਾਂ ਗੋਰਿਆਂ ਦੇ 2 ਛੋਟੇ ਬੱਚੇ, ਇੱਕ 10 ਸਾਲ ਦਾ ਤੇ ਇੱਕ 8 ਸਾਲ ਦਾ, ਉਹ ਕਹਿੰਦੇ ਕਿ ਉਹ ਮੇਰੇ ਕੋਲ ਆਏ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਤੁਹਾਡਾ ਬਾਗ ਹੈ ਇਸ ਦੇ ਵਿੱਚੋਂ ਦੀ ਲੰਘ ਕੇ ਸਾਡੇ ਸਾਹਮਣੇ ਦੋਸਤ ਦਾ ਘਰ ਆਉਂਦਾ, ਤਾਂ ਕੀ ਅਸੀਂ ਇਹ ਬਾਗ ਦੇ ਵਿੱਚੋਂ ਦੀ ਲੰਘ ਕੇ ਜਾ ਸਕਦੇ ਹਾਂ? ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਇਸ ਦਾ ਪਹਿਲਾਂ ਵਾਲਾ ਓਨਰ ਸੀ ਨਾ, ਉਸਨੇ ਸਾਨੂੰ ਮਨਾ ਨਹੀਂ ਸੀ ਕੀਤਾ, ਉਹ ਸਾਨੂੰ ਜਾਣ ਦਿੰਦਾ ਸੀ। ਤਾਂ ਉਹਨਾਂ ਨੇ ਕੁਝ ਦੇਰ ਦੇ ਲਈ ਸੋਚਿਆ, ਉਹਨਾਂ ਨੇ ਕਿਹਾ ਕਿ ਇੰਨੇ ਛੋਟੇ ਬੱਚੇ ਨੇ ਔਰ ਇਹਨਾਂ ਨੇ ਇੰਨੀ ਕੁ ਚੀਜ਼ ਦੀ ਮੰਗ ਕੀਤੀ ਹੈ ਮੇਰੇ ਕੋਲੋਂ। ਉਹਨਾਂ ਨੇ ਜਦੋਂ ਸੋਚਿਆ ਤਾਂ ਉਹਨਾਂ ਬੱਚਿਆਂ ਨੂੰ ਅੱਗੋਂ ਲੱਗਿਆ ਕਿ ਸ਼ਾਇਦ ਇਹ ਜਿਹੜੇ ਨੇ ਸਾਨੂੰ ਓਨਰ ਨਵੇਂ ਵਾਲੇ ਸਾਨੂੰ ਮਨਾ ਕਰ ਦੇਣਗੇ। ਲੇਕਿਨ ਉਸ ਸਰਦਾਰ ਵੀਰ ਨੇ ਉਹਨਾਂ ਨੇ ਕਿਹਾ ਕਿ ਚਲੋ ਮੈਂ ਤੁਹਾਨੂੰ ਮਨਾ ਨਹੀਂ ਕਰਾਂਗਾ, ਤੁਸੀਂ ਜਾਓ, ਲੇਕਿਨ ਜਦੋਂ ਤੁਸੀਂ ਇਸ ਰਸਤੇ ਤੋਂ ਲੰਘ ਕੇ ਜਾਓਗੇ ਨਾ ਤਾਂ ਮੇਰੇ ਸੰਤਰਿਆਂ ਦੇ ਬਾਗ ਵਿੱਚੋਂ ਜਾਂਦੇ ਜਾਂਦੇ ਸੰਤਰੇ ਵੀ ਖਾ ਜਾ ਕਰੋ। ਤਾਂ ਉਹਨਾਂ ਨੇ ਕਿਹਾ ਕਿ ਇਸ ਤੋਂ ਜਿਹੜਾ 9ਵਾਂ ਹਿੱਸਾ ਨਾ ਬਾਗ ਦਾ, ਉਹਦੇ ਅੰਦਰ ਸੰਤਰੇ ਬਹੁਤ ਮਿੱਠੇ ਆ, ਤੁਸੀਂ ਉਹ ਸੰਤਰੇ ਵੀ ਖਾ ਕੇ ਜਾਇਆ ਕਰੋ। ਤਾਂ ਜਿਹੜੇ ਗੋਰਿਆਂ ਦੇ ਜਿਹੜੇ ਬੱਚੇ ਸੀਗੇ ਉਹ ਆਪਣੇ ਘਰ ਵੱਲ ਨੂੰ ਦੌੜ ਗਏ, ਅਰੇ ਜਾ ਕੇ ਉਹ ਆਪਣੇ ਮਾਪਿਆਂ ਨੂੰ ਲੈ ਕੇ ਆਏ। ਉਹਨਾਂ ਬੱਚਿਆਂ ਦੀ ਮਾਂ ਜਿਹੜੀ ਸੀ ਉਹ ਇਟਾਲੀਅਨ ਸੀ ਤੇ ਜਿਹੜਾ ਉਹਨਾਂ ਦਾ ਪਿਤਾ ਸੀ ਉਹ ਗੋਰਾ ਹੀ ਸੀ। ਤਾਂ ਉਹਨਾਂ ਦੀ ਮਾਂ ਨੇ ਕਿਹਾ ਕਿ ਤੁਸੀਂ ਸਾਡੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਸਾਡੇ ਬਾਗ ਦੇ ਅੰਦਰੋਂ ਜਿਹੜੇ ਸੰਤਰੇ ਖਾ ਲਿਆ ਕਰੋ, ਤਾਂ ਅਸੀਂ ਤੁਹਾਨੂੰ ਇਹਦਾ ਪੇ ਕਰ ਦਿਆਂਗੇ। ਤਾਂ ਜਿਹੜੇ ਸਾਡੇ ਸਰਦਾਰ ਭਰਾ ਸੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਇਹਨਾਂ ਨੂੰ ਜਿਹੜੀ ਇਹ ਸਾਨੂੰ ਹੈ ਨਾ, ਮੈਂ ਇਹਨਾਂ ਨੂੰ ਕਿਹਾ ਸੰਤਰੇ ਖਾਓ, ਇਹ ਸਾਡੇ ਗੁਰੂ ਵੱਲੋਂ, ਸਾਡੇ ਗੁਰੂ ਨਾਨਕ ਦੇਵ ਜੀ ਵੱਲੋਂ ਜਿਹੜੀ ਸਾਨੂੰ ਸਿਖਾਈ ਗਈ ਹੈ ਨਾ ਵੰਡ ਛਕੋ ਦੀ ਇੱਕ ਜਿਹੜੀ ਪ੍ਰਥਾ, ਵੰਡ ਛਕੋ, ਮੈਂ ਉਸੇ ਦਾ ਹੀ ਇੱਕ ਇਹਨਾਂ ਨੂੰ ਉਦਾਹਰਣ ਦੇ ਤੌਰ ਤੇ ਇਹਨਾਂ ਨੂੰ ਇਹ ਚੀਜ਼ ਆਖੀ ਹੈ ਕਿਉਂਕਿ ਇਹ ਸਾਡੇ ਖੂਨ ਦੇ ਅੰਦਰ ਹੈ, ਵੰਡ ਕੇ ਖਾਣਾ ਸਾਡੇ ਖੂਨ ਦੇ ਅੰਦਰ ਹੈ। ਤਾਂ ਉਹਨਾਂ ਨੇ ਕਿਹਾ ਕਿ ਚਲੋ ਠੀਕ ਹੈ। ਤੇ ਉਹਨਾਂ ਨੇ ਥੋੜੇ ਦਿਨ ਐਸਾ ਹੀ ਚੱਲਦਾ ਰਿਹਾ ਤੇ ਉਹ ਵੀਰ ਕਹਿ ਰਹੇ ਸੀ ਕਿ ਮੈਂ ਆਪਣੇ ਫਾਰਮ ਤੇ ਕਦੀ ਆਉਂਦਾ ਸੀ। ਤਾਂ ਉਸ ਜਦੋਂ ਆਪਣੇ ਫਾਰਮ ਤੇ ਆਏ ਤੇ ਉਹਨਾਂ ਵਿੱਚੋਂ ਉਹਨਾਂ ਬੱਚਿਆਂ ਦੇ ਪਿਤਾ ਨੇ ਕਿਹਾ ਕਿ ਸਾਨੂੰ ਜਿਹੜੇ ਤੁਹਾਡੇ ਗੁਰੂ ਨੇ, ਇੱਕ ਤਾਂ ਉਹਨਾਂ ਦਾ ਨਾਮ ਲਿਖ ਕੇ ਦੇ ਦਿਓ ਕਾਗਜ਼ ਤੇ, ਔਰ ਦੂਸਰਾ ਜਿਹੜਾ ਇਹ ਤੁਸੀਂ ਵਰਡ ਬੋਲਿਆ ਵੰਡ ਛਕੋ,
ਇਹ ਲਿਖ ਕੇ ਸਾਨੂੰ ਦਿਓ। ਦਿਓ। ਉਹਨਾਂ ਨੇ ਜਦੋਂ ਇਸ ਵੰਡ ਛਕੋ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਉਹਨਾਂ ਗੋਰਿਆਂ ਦੇ ਵੀ ਇਹ ਚੀਜ਼ ਕੰਠ ਹੋ ਗਈ। ਤਾਂ ਉਹ ਕਹਿੰਦੇ ਜਦੋਂ ਮੈਂ ਆਪਣੇ ਫਾਰਮ ਤੇ ਆਉਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਪਣੇ ਫਾਰਮ ਤੇ ਆਉਂਦਾ ਸੀ ਮੈਂ ਬੈਠਣ ਦੇ ਲਈ ਇੱਕ ਮੇਜ਼ ਤੇ ਇੱਕ ਕੁਰਸੀ ਬਣਾਈ ਸੀ। ਜਦੋਂ ਮੈਂ ਉਸ ਮੇਜ਼ ਤੇ ਆ ਕੇ ਬਹਿੰਦਾ ਸੀ ਤਾਂ ਮੇਜ਼ ਦੇ ਸਾਹਮਣੇ ਕਹਿੰਦਾ ਕਿ ਮੈਂ ਸਿਰਫ ਉਹਨਾਂ ਨੂੰ ਹੀ ਨਹੀਂ, ਜਿਹੜੇ ਮੇਰੇ ਜਿਨ੍ਹਾਂ ਦੇ ਬੱਚੇ ਮੇਰੇ ਖੇਤ ਵਿੱਚੋਂ ਦੀ ਮੇਰੇ ਫਾਰਮ ਵਿੱਚੋਂ ਦੀ ਜਾਂਦੇ ਸੀ, ਸਿਰਫ ਕਹਿੰਦੇ ਮੈਂ ਉਹਨਾਂ ਨੂੰ ਹੀ ਨਹੀਂ ਕਿਹਾ ਕਿ ਤੁਸੀਂ ਇਹ ਸੰਤਰੇ ਲੈ ਸਕਦੇ ਹੋ। ਮੈਂ ਕਿਹਾ ਕਿ ਜਿਹੜੇ ਮੇਰੇ ਫਾਰਮ ਦੇ ਨੁੱਕ ਚਾਰੇ ਪਾਸੇ ਜਿੰਨੇ ਵੀ ਘਰ ਲੱਗਦੇ ਮੈਂ ਸਾਰਿਆਂ ਨੂੰ ਕਹੂੰਗਾ, ਕਿਉਂਕਿ ਵੰਡ ਛਕਣਾ ਜਿਹੜਾ ਸਾਡੇ ਗੁਰੂ ਨੇ ਸਾਨੂੰ ਸਿਖਾਇਆ। ਮੈਂ ਸਾਰਿਆਂ ਨੂੰ ਕਹੂੰਗਾ ਜਦੋਂ ਤੁਹਾਨੂੰ ਸੰਤਰਿਆਂ ਦੀ ਲੋੜ ਹੋਈ ਤੁਸੀਂ ਮੇਰੇ ਬਾਗ ਚੋਂ ਲਓ। ਕਿਸੇ ਦੇ ਖਾਣ ਨਾਲ ਕੋਈ ਚੀਜ਼ ਘੱਟ ਨਹੀਂ ਜਾਂਦੀ, ਉਹ ਬਰਕਤ ਹੀ ਹੁੰਦੀ ਆ। ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਪਣੇ ਫਾਰਮ ਤੇ ਆਉਂਦਾ ਸੀ ਤਾਂ ਉੱਥੇ ਮੈਂ ਦੇਖਦਾ ਸੀ ਮੇਰੇ ਮੇਜ਼ ਦੇ ਉੱਤੇ ਕਦੀ ਅੱਲਾਂ, ਕਦੀ ਕੱਦੂ, ਕਦੀ ਕੋਈ ਵੀ ਸਬਜ਼ੀਆਂ ਜਿਹੜਾ ਆਪਣੇ ਘਰ ਬੀਜਦਾ ਸੀ ਉਹ ਮੇਰੇ ਮੇਜ਼ ਤੇ ਪਈਆਂ ਹੁੰਦੀਆਂ ਸੀ ਤੇ ਹਰ ਇੱਕ ਲਿਫਾਫੇ ਦੇ ਉੱਤੇ ਲਿਖਿਆ ਹੁੰਦਾ ਸੀ ਵੰਡ ਛਕੋ। ਤਾਂ ਉਹਨਾਂ ਨੇ ਕਿਹਾ ਕਿ ਮੇਰੇ ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਮੇਰੇ ਇੱਕ ਸੰਤਰੇ ਦੇਣ ਨਾਲ ਇਹਨਾਂ ਗੋਰਿਆਂ ਨੂੰ ਵੀ ਸਮਝ ਆ ਗਈ ਕਿ ਵੰਡ ਕੇ ਛਕਣਾ ਕੀ ਹੁੰਦਾ। ਤੇ ਉਹ ਕਹਿੰਦੇ ਕਿ ਅਸੀਂ ਤੁਹਾਡੇ ਜਿਹੜੇ ਗੁਰੂਆਂ ਦਾ ਸਾਡੀ ਜਿਹੜੀ ਗੁਰੂਆਂ ਦੀਆਂ ਸਿੱਖਿਆਵਾਂ ਉਹਨਾਂ ਨੇ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਬੜੇ ਬਖੂਬੀ ਤਰੀਕੇ ਨਾਲ ਤੁਸੀਂ ਇੱਕ ਵੀਰ ਦਾ ਜਿਹੜਾ ਅਨੁਭਵ ਹੈ ਉਹ ਸਾਂਝਾ ਕੀਤਾ ਹੈ ਕਿ ਕਿਵੇਂ ਵੰਡ ਕੇ ਛਕਣਾ ਜਿਹੜਾ ਇੱਕ ਸਿਧਾਂਤ ਹੈ ਉਹ ਕਿਸ ਤਰ੍ਹਾਂ ਜਗ ਜ਼ਾਹਿਰ ਹੋ ਕੇ ਸਮੁੱਚੇ ਸੰਸਾਰ ਵਿੱਚ ਆਪਣਾ ਪਸਾਰ ਕਰ ਰਿਹਾ ਹੈ। ਸੋ ਦਰਸ਼ਕੋ, ਇਹ ਸਨ ਮੇਰੇ ਨਾਲ ਰਮਨਦੀਪ ਕੌਰ ਜੀ। ਵੰਡ ਛਕਣ ਦੇ ਸਿਧਾਂਤ ਤੇ ਇੱਕ ਛੋਟਾ ਜਿਹਾ ਤਜਰਬਾ ਤੁਹਾਡੇ ਨਾਲ ਸਾਂਝਾ ਕੀਤਾ ਹੈ। ਵੰਡ ਛਕਣਾ ਕੇਵਲ ਕਿਸੇ ਦੀ ਮਾਲੀ ਸਹਾਇਤਾ ਹੀ ਨਹੀਂ ਕਰਨੀ, ਇਹਦੇ ਵਿੱਚ ਮਾਨਸਿਕ ਸਹਾਇਤਾ, ਮਾਨਸਿਕ ਵੰਡ ਕੇ ਛਕਣਾ ਹੈ। ਕਿਸੇ ਦਾ ਤਣਾਅ ਦੂਰ ਕਰਨਾ, ਦੁੱਖ ਸੁੱਖ ਵਿੱਚ ਸ਼ਰੀਕ ਹੋਣਾ, ਇਹ ਵੀ ਵੰਡ ਛਕਣ ਦਾ ਇੱਕ ਰੂਪ ਹੈ ਜੋ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੈ। ਅੱਜ ਦੇ ਵਿਸ਼ੇਸ਼ ਚਰਚਾ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਆਪਣੇ ਅਜ਼ੀਜ਼ ਹਰਸਿਮਰਨ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।